ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਗੌੜੀ 52 ਅੱਖਰੀ ਮਹੱਲੇ 5ਵੇਂ ਦੇ 47ਵੇਂ ਸਲੋਕ ਅਤੇ 47ਵੀਂ ਪੌੜੀ ਦੀ ਵਾਰੀ ਹੈ ਜੀ। ਗੌੜੀ 52 ਅੱਖਰੀ ਮਹੱਲਾ 5ਵਾਂ ਸਲੋਕ। ਹਾਂ ਕਰਤ ਬਿਹਾਨੀਆਂ ਸਾਕਤ ਮੁਕਤ ਅਜਾਨ, ਰੜਕ ਮੁਏ ਜਿਉ ਤ੍ਰਿਖਾਵੰਤ ਨਾਨਕ ਕਰਤ ਕਮਾਨ। ਪੌੜੀ। ਹਾਂ ਕਰਤ ਬਿਹਾਨੀਆਂ ਸਾਕਤ ਮੁਕਤ ਅਜਾਨ, ਡੜਕ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤ ਕਮਾਨ। ਪੌੜੀ। ਡਾੜਾ ਡਾੜ ਮਿਟੇ ਸੰਗ ਸਾਧੂ, ਕਰਮ ਧਰਮ ਤਤ ਨਾਮ ਅਰਾਧੂ, ਰੂੜੋ ਜੇ ਪਸਿਓ ਰਿਦ ਮਾਹੀ, ਉਆਂ ਕੀ ਡਾੜ ਮਿਟਤ ਬਿਸਨਾਹੀ। ਡਾੜ ਕਰਤ ਸਾਕਤ ਗਵਾਰਾ, ਜੇ ਹੀਏ ਐਹ ਬਿੰਦ ਬਿਕਾਰਾ। ਡਾੜਾ ਗੁਰਮੁਖ ਡਾੜ ਮਿਟਾਈ, ਨਿਮਖ ਮੇ ਨਾਨਕ ਸਮਝਾਈ। ਡਾੜਾ ਗੁਰਮੁਖ ਡਾੜ ਮਿਟਾਈ, ਨਿਮਖ ਮੇ ਨਾਨਕ ਸਮਝਾਈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਮਨਮੁਖ ਸਾਕਤ ਮੂਰਖ ਜੋ ਹਨ ਉਹ ਮੈਂ ਹਉ ਆਪਣੀ ਹਉਮੈ ਵਿੱਚ ਹੀ ਆਪਣੀ ਸਾਰੀ ਜ਼ਿੰਦਗੀ ਖਰਾਬ ਕਰ ਦਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਪਰ ਜੋ ਗੁਰਮੁਖ ਹਨ ਜੀ ਉਹ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਧ ਸੰਗਤ ਵਿੱਚ ਬੈਠ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਦੇ ਹਨ ਜੀ ਅਤੇ ਆਪਣੇ ਹਿਰਦੇ 'ਚ ਵਸਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਫਿਰ ਪਰਮੇਸ਼ਰ ਉਹਨਾਂ 'ਤੇ ਆਪਣੀ ਮਿਹਰ ਕਰਦਾ ਹੈ। ਫਿਰ ਨਿਮਖ ਨਹੀਂ ਲਾਉਂਦਾ, ਘੜੀ ਨਹੀਂ ਲਾਉਂਦਾ ਜੀ, ਆਪਣੀ ਮਿਹਰ ਕਰਦਾ ਹੈ ਅਤੇ ਉਹਨਾਂ ਨੂੰ ਪਰਮੇਸ਼ਰ ਆਪਣੇ ਅੰਦਰ ਹੀ ਵਸਦਾ ਹੈ, ਉਸ ਦੀ ਸੋਝੀ ਹੋ ਜਾਂਦੀ ਹੈ ਜੀ। ਸੋ ਇਸ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਕਿ ਮੂਰਖ ਅਤੇ ਨਾ ਸਮਝ ਸਾਕਤ ਦੀ ਸਾਰੀ ਉਮਰ ਹਉਮੈ ਕਰਦਿਆਂ ਹੀ ਹਉ ਵਿੱਚ ਹੀ ਗੁਜ਼ਰ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਉਮੈ ਵਿੱਚ ਕੀਤੀ ਹੋਈ ਕਮਾਈ ਦੇ ਸੰਸਕਾਰਾਂ ਕਰਕੇ ਉਹ ਪਿਆਸੇ ਵਿਅਕਤੀ ਵਾਂਗ ਤੜਪ ਤੜਪ ਕੇ ਮਰ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਡਾੜੇ ਅੱਖਰ ਅਨੁਸਾਰ ਹਉਮੈ ਦਾ ਝਗੜਾ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸਾਧ ਸੰਗਤ ਵਿੱਚ ਬੈਠ ਕੇ ਕਰਨ ਦੁਆਰਾ ਮਿਟ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਸਾਧ ਸੰਗਤ ਵਿੱਚ ਗੁਰੂ ਰੂਪ ਗੁਰਸ਼ਬਦ ਗੁਰਬਾਣੀ ਨਾਮ ਮਿਲਦਾ ਹੈ ਜੀ ਅਤੇ ਗੁਰਸ਼ਬਦ ਗੁਰਬਾਣੀ ਨਾਮ ਦੀ ਆਰਾਧਨਾ ਸਾਰੇ ਕਰਮਾਂ ਧਰਮਾਂ ਦਾ ਸਾਰ ਤੱਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੁੰਦਰ ਰੂਪ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਦੀ ਹਉਮੈ ਦੀ ਰੜਕ ਨਸ਼ਟ ਹੋ ਜਾਂਦੀ ਹੈ ਜੀ। ਭਾਵ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ ਜੀ। ਉਹ ਕਿਸ ਤਰ੍ਹਾਂ ਖਤਮ ਹੁੰਦੀ ਹੈ ਜੀ? ਗੁਰਸ਼ਬਦ ਗੁਰਬਾਣੀ ਨਾਮ ਨੂੰ ਆਪਣੇ ਹਿਰਦੇ ਅਤੇ ਮਨ ਵਿੱਚ ਵਸਾਉਣ ਨਾਲ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜੋ ਮੂਰਖ ਸਾਕਤ ਮਨਮੁਖ ਝਗੜੇ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਉਹਨਾਂ ਦੇ ਹਿਰਦੇ ਵਿੱਚ ਹਉਮੈ ਵਾਲੀ ਬੁੱਧੀ ਹੋਣ ਕਾਰਨ ਵਿਕਾਰ ਸਮਾਏ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦੀ ਸਿੱਖਿਆ
ਗੁਰੂ ਸਾਡੇ ਗੁਰੂਆਂ ਨੇ ਜੋ ਦਿੱਤੀ ਹੈ ਸਾਨੂੰ ਜੀ ਗੁਰਬਾਣੀ, ਗੁਰਬਾਣੀ ਦੀ ਸਿੱਖਿਆ ਨੇ ਝਗੜਾ ਮਿਟਾ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਗੁਰੂ ਰੂਪ ਪਰਮੇਸ਼ਰ ਨੇ ਛਿਣ ਭਰ ਵਿੱਚ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਬ੍ਰਹਮ ਗਿਆਨ ਦੀ ਸੋਝੀ ਕਰਾ ਦਿੱਤੀ ਹੈ ਜੀ। ਬ੍ਰਹਮ ਗਿਆਨ ਦੀ ਸੋਝੀ ਕਰਾ ਦਿੱਤੀ ਹੈ ਜੀ। ਭਾਵ ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜਦੇ ਹਨ ਜੀ ਤੇ ਆਪਣੇ ਹਰ ਮੂਲ ਨੂੰ ਪਛਾਣਦੇ ਹਨ ਜੀ, ਫਿਰ ਉਹ ਆਪਣੇ ਅੰਦਰ ਹੀ ਪਰਮੇਸ਼ਰ ਵਸਦਾ ਹੈ। ਇਸ ਦੀ ਉਹਨਾਂ ਨੂੰ ਸੋਝੀ ਹੋ ਜਾਂਦੀ ਹੈ ਜੀ, ਪ੍ਰੋਵਾਈਡਡ ਪਰਮੇਸ਼ਰ ਉਹਨਾਂ ਤੇ ਕਿਰਪਾ ਕਰੇ ਅਤੇ ਆਪਣੇ ਨਾਲ ਲਗਾਵੇ ਜੀ, ਤਾਂ ਹੀ ਇਹ ਸੰਭਵ ਹੈ ਜੀ। ਤੇ ਪਰਮੇਸ਼ਰ ਆਪਣੀ ਕਿਰਪਾ ਨਾਲ ਉਹਨਾਂ ਨੂੰ ਫਿਰ ਗੁਰਸ਼ਬਦ ਗੁਰਬਾਣੀ ਨਾਮਦਾਨ ਬਖਸ਼ਦਾ ਹੈ ਜੀ, ਅਤੇ ਜਿਸ ਕਰਕੇ ਉਹਨਾਂ ਦਾ ਆਉਣਾ ਜਾਣਾ ਜੰਮਣ ਮਰਨ ਖਤਮ ਹੋ ਜਾਂਦਾ ਹੈ ਜੀ। ਭਾਵ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਦੀ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਰੂੜੋ ਜੇ ਬਸਿਓ ਰਿਦ ਮਾਹੀ, ਉਆਂ ਕੀ ਡਾੜ ਮਿਟਤ ਬਿਨਸਾਹੀ। ਰੂੜੋ ਜੇ ਬਸਿਓ ਰਿਦ ਮਾਹੀ, ਉਆਂ ਕੀ ਡਾੜ ਮਿਟਤ ਬਿਨਸਾਹੀ। ਗੁਰੂ ਜੀ ਦੱਸਦੇ ਹਨ ਕਿ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਸੁੰਦਰ ਪਰਮੇਸ਼ਰ ਦਾ ਸੁੰਦਰ ਗੁਰਸ਼ਬਦ ਨਾਮ ਵਸ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦੇ ਜੰਮਣ ਮਰਨ ਦਾ ਗੇੜ ਖਤਮ ਹੋ ਜਾਂਦਾ ਹੈ ਜੀ। ਭਾਵ ਉਹ ਆਵਾਗਮਨ ਦੇ ਚੱਕਰ ਵਿੱਚ ਨਹੀਂ ਪੈਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਮਨਮੁਖ ਜੀਵਾਂ ਦੇ ਹਿਰਦੇ ਵਿੱਚ ਹਉਮੈ ਦੀ ਭਾਵ ਮੈਂ ਕਰਦਿਆਂ ਹੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਆਪਣੇ ਹੰਕਾਰ ਅਤੇ ਵਿਕਾਰਾਂ ਦੀਆਂ ਤ੍ਰਿਸ਼ਨਾਵਾਂ ਆਪਣੇ ਅੰਦਰ ਹੀ ਰੱਖਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਉਮੈ ਦੀ ਤ੍ਰਿਸ਼ਨਾ ਉਹਨਾਂ ਗੁਰਮੁਖਾਂ ਦੀ ਬੁਝਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਸੁੰਦਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੁੰਦਰ ਪਰਮੇਸ਼ਰ ਰੂਪ ਹਰੀ ਆਵਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿੱਚ ਹੰਕਾਰ ਤ੍ਰਿਸ਼ਨਾਵਾਂ ਤੇ ਵਿਕਾਰ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਸਾਖਤ ਪੁਰਸ਼ ਪਿਆਸੇ ਜੀਵ ਵਾਂਗ ਤੜਫ ਤੜਫ ਕੇ ਦੁੱਖ ਪਾਉਂਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਗੁਰੂ ਦੇ ਸਨਮੁਖ ਹੁੰਦੇ ਹਨ ਜੀ, ਭਾਵ ਪਰਮੇਸ਼ਰ ਅੱਗੇ ਵਾਹਿਗੁਰੂ ਅੱਗੇ ਅਰਦਾਸ ਤੇ ਬੇਨਤੀ ਕਰਦੇ ਹਨ ਜੀ ਕਿ ਪਰਮੇਸ਼ਰ ਸਾਨੂੰ ਆਪਣੇ ਗੁਰਸ਼ਬਦ ਗੁਰਬਾਣੀ ਨਾਮ ਨਾਲ ਲਗਾ ਲਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖਾਂ ਨੂੰ ਸਤਿਗੁਰ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਰੂਪ ਦੀ ਸੋਝੀ ਵਾਹਿਗੁਰੂ ਕਰਾ ਦਿੰਦਾ ਹੈ ਜੀ। ਫਿਰ ਉਹਨੂੰ ਇੱਕ ਨਿਮਖ ਨਹੀਂ ਲਗਾਉਂਦੇ ਜੀ। ਨਿਮਖ ਭਾਵ ਫਿਰ ਇੱਕ ਘੜੀ ਨਹੀਂ ਲੱਗਦੀ ਜੀ, ਇੱਕ ਪਲ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਆਪਣੇ ਹਉਮੈ ਅਤੇ ਹੋਰ ਨਾ ਤ੍ਰਿਸ਼ਨਾਵਾਂ ਵਿਕਾਰਾਂ ਨੂੰ ਖਤਮ ਕਰਕੇ ਸਾਧ ਸੰਗਤ ਵਿੱਚ ਬੈਠ ਕੇ ਆਪਣੇ ਹਰ ਮੂਲ ਨਾਲ ਜੁੜਦੇ ਹਨ ਜੀ, ਅਤੇ ਪਰਮੇਸ਼ਰ ਫਿਰ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਗੁਰਸ਼ਬਦ ਗੁਰਬਾਣੀ ਨਾਮਦਾਨ ਬਖਸ਼ਦੇ ਹਨ ਜੀ।
ਉਹ ਗੁਰਮੁਖ ਇਸ ਸੰਸਾਰ ਤੋਂ ਤਰ ਜਾਂਦੇ ਹਨ ਜੀ। ਭਾਵ ਉਹਨਾਂ ਗੁਰਮੁਖਾਂ ਦਾ ਆਵਾਗਮਨ ਦਾ ਚੱਕਰ ਖਤਮ ਹੋ ਜਾਂਦਾ ਹੈ ਜੀ। ਜਿਸ ਤਰ੍ਹਾਂ ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇਸ ਸ਼ਬਦ ਦੀ ਇਹਨਾਂ ਪੰਕਤੀਆਂ 'ਚ ਗੁਰੂ ਜੀ ਕਹਿੰਦੇ ਹਨ, ਰੜਾੜਾ ਗੁਰਮੁਖ ਡਾੜ ਮਿਟਾਈ ਨਿਮਖ ਮੇ ਨਾਨਕ ਸਮਝਾਈ। ਰੜਾੜਾ ਗੁਰਮੁਖ ਡਾੜ ਮਿਟਾਈ ਨਿਮਖ ਮੇ ਨਾਨਕ ਸਮਝਾਈ। ਅੱਜ ਦਾ ਵਿਚਾਰ ਕਰਦੇ ਹਾਂ। ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।